ਦੇ ਪਾਵਨ ਪਵਿੱਤਰ ਜੀਵਨ ਪੜ੍ਹ ਕੇ ਵੀ ਇਹ ਬੋਧ ਤੇ ਇਹ ਗਿਆਨ ਪ੍ਰਾਪਤ ਹੁੰਦਾ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਜਨਮਾਂ ਜਨਮਾਂਤਰਾਂ ਤੋਂ ਉਹਨਾਂ ਦੇ ਅੰਦਰ ਤੜਪ ਸੀ। ਜਦੋਂ ਪੂਰਾ ਗੁਰੂ ਪ੍ਰਾਪਤ ਹੋ ਗਿਆ, ਸਤ ਸੰਗਤ ਕਰਨੀ ਜੀਵਨ 'ਚ ਆਰੰਭ ਕਰ ਦਿੱਤੀ। ਆਰੰਭ ਹੀ ਨਹੀਂ ਕੀਤੀ, ਆਪਣੇ ਜੀਵਨ ਦਾ ਇੱਕ ਆਧਾਰ ਬਣਾ ਲਿਆ, ਆਪਣੇ ਜੀਵਨ ਦਾ ਇੱਕ ਸੁਭਾਅ ਬਣਾ ਲਿਆ ਕਿ ਸਤ ਸੰਗਤ ਤੋਂ ਬਗੈਰ ਇਹ ਜੋ ਜੀਵ ਹੈ ਇਸ ਦਾ ਹਰ ਪਲ ਹਰ ਸਵਾਸ ਵਿਅਰਥ ਜਾ ਰਿਹਾ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਅਸੀਂ ਪੂਰੇ ਸੰਸਾਰ ਤੇ ਵਿਸ਼ਵ ਦੇ ਵਿੱਚ ਇਸ ਜੀਵ ਦਾ ਜੀਵਨ ਬਹੁਤ ਨਜ਼ਦੀਕ ਤੋਂ ਦੇਖ ਸਕਦੇ ਹਾਂ। ਉਸ ਦਾ ਕਾਰਨ ਗੁਰਮੁਖੋ ਇੱਕੋ ਇੱਕ ਹੈ ਕਿ ਇਹ ਜੀਵ ਮੂਲ ਤੋਂ ਟੁੱਟ ਗਿਆ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਮੂਲ ਬਿਨਾ ਸਾਖਾ ਕਤ ਆ ਹੈ, ਹਰ ਸਿਮਰਨ ਛਾੜ ਪਰਮ ਗਤ ਚਾਹੈ। ਹਰ ਜੀਵ ਚਾਹੁੰਦਾ ਮੈਨੂੰ ਸੁੱਖ ਚਾਹੀਦੇ ਹੈ, ਪਰ ਸੁੱਖ ਬੰਦਗੀ ਭਗਤੀ ਤੇ ਸਿਮਰਨ ਦੇ ਵਿੱਚ ਹੈ, ਧਿਆਨ ਦੇਣਾ। ਹਰ ਜੀਵ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਸਾਰੀਆਂ ਖੁਸ਼ੀਆਂ ਮੈਨੂੰ ਪ੍ਰਾਪਤ ਹੋਣ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੀ ਖੁਸ਼ੀ ਹੈ ਸਦੀਵੀ ਤੌਰ ਤੇ ਲੋਕ ਪਰਲੋਕ ਦੇ ਵਿੱਚ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਸਤਿਗੁਰ ਨਦਰ ਕਿੱਥੇ ਕਰਦੇ ਹੈ ਤੇ ਸਤਿਗੁਰਾਂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਤੇ ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ, ਸਤਿਗੁਰਾਂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਣਾ ਕਰਾਂਗੇ। ਆਗਿਆਕਾਰੀ ਸਦਾ ਸੁਖ ਹੋਏ, ਪ੍ਰਭ ਕੀ ਆਗਿਆ ਆਤਮ ਹਟਾਵੈ, ਜੀਵਨ ਮੁਕਤ ਸੋ ਕਹਾਵੈ। ਤੇ ਪੂਰੇ ਵਰਲਡ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਮੈਂ ਬੇਨਤੀ ਕਰਿਆ ਕਰਦਾ ਕਿ ਜਦੋਂ ਆਪ ਖੁਦ ਖੁਦਾ ਇਸ ਧਰਤੀ ਤੇ ਆਉਂਦਾ ਨਾ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਕਿਉਂਕਿ ਬਾਣੀ ਦਾ ਪੜ੍ਹਨਾ ਸੁਣਨਾ ਇੱਕ ਭਗਤੀ ਹੈ, ਕੀਰਤਨ ਕਰਨਾ ਸੁਣਨਾ ਇੱਕ ਭਗਤੀ ਹੈ, ਸਤ ਸੰਗਤ ਇੱਕ ਭਗਤੀ ਹੈ, ਤੇ ਸਭ ਤੇ ਉੱਤਮ ਹਰਿ ਕੀ ਕਥਾ ਇੱਕ ਭਗਤੀ ਹੈ। ਭਗਤੀ ਦੇ ਵਿੱਚ ਕੇਵਲ ਇਕਾਗਰਤਾ ਦੀ ਜ਼ਰੂਰਤ ਹੈ, ਗਿਣਤੀ ਮਿਣਤੀ ਦੀ ਨਹੀਂ। ਭਗਤੀ ਦਾ ਜੋ ਅਰਥ ਹੈ, ਭਗਤੀ ਦਾ ਜੋ ਮੀਨਿੰਗ ਹੈ, ਆਪ ਸੰਗਤਾਂ ਨੂੰ ਪਤਾ ਕਿ ਪੁਰਾਤਨ ਸਮੇਂ ਦੇ ਵਿੱਚ ਜਾਂ ਹੁਣ ਜੋ ਤੱਤ ਵੇਤੇ ਜਿਨ੍ਹਾਂ ਤੇ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ, ਉਹ ਮੰਗਦੇ ਹੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਤੋਂ ਸ਼ਾਂਤੀ ਤੇ ਇਕਾਗਰਤਾ ਹੈ। ਉਹਨਾਂ ਨੂੰ ਪਤਾ ਕਿ ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਡੁੱਬਾ ਸੰਸਾਰਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਿਉਂਕਿ ਰੋਲਾ ਕਚੋਲਾ ਇੱਕ ਜਨਮ ਦਾ ਨਹੀਂ, ਬੜੇ ਜਨਮਾਂ ਜਨਮਾਂਤਰਾਂ ਦੇ ਅੰਦਰ ਤੂਫਾਨ ਆਇਆ। ਜਨਮਾਂ ਜਨਮਾਂਤਰਾਂ ਤੋਂ ਜਿੱਦਾਂ ਜਿੱਦਾਂ ਸਾਨੂੰ ਜਨਮ ਮਿਲਦੇ ਹੈ, ਉਸ ਜਨਮ ਦੇ ਜੋ ਥਾਟ ਹੈ, ਜੋ ਖਿਆਲ ਹੈ, ਜੋ ਸਾਡੀਆਂ ਵਾਸ਼ਨਾਵਾਂ, ਜੋ ਸਾਡੀਆਂ ਮੰਗਾਂ, ਜਿਸ ਜਿਸ ਵਿਸ਼ੇ ਦੀ ਸਾਨੂੰ ਭੁੱਖ ਹੈ ਨਹੀਂ ਪੂਰਤੀ ਹੋਈ, ਤੇ ਅਪੂਰਤੀ ਦੇ ਵਿੱਚ ਹੀ ਮੌਤ ਆ ਗਈ, ਉਹ ਅਗਲੇ ਜਨਮ 'ਚ ਨਾਲ ਹੀ ਸ਼ੁਰੂ ਹੋ ਗਿਆ ਕੰਮ। ਇਹ ਤਾਂ ਬਹੁਤ ਵੱਡੀ ਕਿਰਪਾ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਸੰਸਾਰੀ ਜੀਵਨ ਤੇ ਕੀਤੀ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੌਖੇ ਤਰੀਕੇ ਦੇ ਨਾਲ ਸਹਿਜੇ ਹੀ ਇਕਾਗਰਤਾ, ਭਗਤੀ, ਪਰਮੇਸ਼ਰ ਦਾ ਬੋਧ
ਤੇ ਜੀਵਨ ਮੁਕਤ ਦਾ ਅਹਿਸਾਸ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਤ ਸੰਗਤ ਕਰਨ ਦੇ ਨਾਲ ਪ੍ਰਾਪਤ ਹੋ ਜਾਵੇਗਾ। ਵੱਡੇ ਵੱਡੇ ਅਪਦਰਵੀ, ਵੱਡੇ ਵੱਡੇ ਪਾਪੀ ਸਤ ਸੰਗਤ ਕਰਨ ਦੇ ਨਾਲ ਇਹੋ ਜਿਹਾ ਬਦਲਾਅ ਤੇ ਜੀਵਨ 'ਚ ਤਬਦੀਲੀ ਆਈ, ਉਹਨਾਂ ਦੇ ਨਾਲ ਰਹਿਣੇ ਸਹਿਣੇ ਖਾਣੇ ਪੀਣੇ ਵਾਲੇ ਹੈਰਾਨ ਹੋ ਜਾਂਦੇ ਆ ਵੀ ਐਡਾ ਵੱਡਾ ਬਦਲਾਅ ਕਦੋਂ ਆ ਗਿਆ। ਤੇ ਇਸ ਕਰਕੇ ਮੈਂ ਹੱਥ ਜੋੜਦਾ, ਜਦੋਂ ਵੀ ਐਸਾ ਸਮਾਂ ਮਿਲੇ, ਇਹ ਬੈਕੁੰਠ ਹੈ, ਇਹ ਸੱਚਖੰਡ ਹੈ, ਇੱਥੇ ਅਸੀਂ ਅੱਖਾਂ ਦੇ ਨਾਲ ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ, ਕੰਨਾਂ ਦੇ ਨਾਲ ਅਕੱਤ ਕਹਾਣੀਆਂ ਸਿਫਤ ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ ਵਡਿਆਈ ਸੁਣ ਰਹੇ ਹਾਂ। ਜਦੋਂ ਅਸੀਂ ਪੂਰੇ ਧਿਆਨ ਦੇ ਨਾਲ ਸੁਣਾਂਗੇ, ਇੱਕ ਛਿਨ ਜਾਂ ਇੱਕ ਸਕਿੰਟ ਵਾਸਤੇ ਵੀ ਇਹ ਰੌਲੇ ਰੱਪੇ ਤੋਂ ਬਾਹਰ ਹੋ ਗਿਆ, ਕਿਤੇ ਟਿਕ ਗਿਆ, ਇਹਨੂੰ ਛਿਨ ਮਾਤਰ ਵੀ ਰਸ ਆ ਗਿਆ ਕਥਾ ਕੀਰਤਨ ਗੁਰਬਾਣੀ ਅੰਮ੍ਰਿਤਮਈ ਦਾ, ਤੇ ਉਸ ਵਕਤ ਹੀ ਇਸ ਦਾ ਪਾਰ ਉਤਾਰਾ ਹੈ। ਇਹ ਸਤਿਗੁਰਾਂ ਦੇ ਬਚਨ ਹੈ ਕਿ ਘੋਰ ਦੁੱਖੰ ਅਨਕ ਹਤੰ ਜਨਮ ਦਾਰਿਦਰੰ ਮਹਾ ਵਿਖਿਆਤੰ, ਸਾਰੇ ਪਾਪ ਗਿਣ ਦਿੱਤੇ। ਘੋਰ ਦੁੱਖੰ ਅਨਕ ਹਤੰ ਜਨਮ ਦਾਰਿਦਰੰ ਮਹਾ ਵਿਖਿਆਤੰ, ਕਹਿੰਦੇ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਨਾਲ ਪ੍ਰਮਾਣ ਦਿੱਤਾ ਲਿਖਤੀ ਰੂਪ 'ਚ, ਨਾਲ ਆਧਾਰਨ ਦਿੱਤੀ ਹੈ ਵੀ ਇਸ ਤਰ੍ਹਾਂ ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਹਰ ਜੀਵ ਜੰਤੂ ਬਨਸਪਤੀ ਮਨੁੱਖ ਚਾਹੁੰਦਾ ਕਿ ਮੇਰਾ ਜੀਵਨ ਸੁੱਖਾਂ ਦੇ ਨਾਲ ਭਰਿਆ ਹੋਇਆ ਹੋਵੇ, ਖੁਸ਼ੀਆਂ ਦੇ ਨਾਲ ਭਰਿਆ ਹੋਇਆ ਹੋਵੇ, ਪਰ ਖੁਸ਼ੀਆਂ ਦੇਣ ਵਾਲਾ, ਸੁੱਖ ਨੂੰ ਪ੍ਰਦਾਨ ਕਰਨ ਵਾਲਾ, ਫਿਰ ਉਹ ਸੁੱਖ ਜਿਹਦੇ ਪਿੱਛੇ ਦੁੱਖ ਨਹੀਂ। ਜਿਸ ਸੁੱਖ ਨੂੰ ਅਸੀਂ ਸੁੱਖ ਸਮਝਿਆ ਨਾ, ਜਿਸ ਸੁੱਖ ਨੇ ਪਰਮਾਤਮਾ ਵਸਾਰ ਦਿੱਤਾ, ਜਿਸ ਸੁੱਖ ਨੇ ਨਿਤਨੇਮ ਸਿੱਖੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦਿਦਾਰੇ ਮੂਲ ਮੰਤਰ ਗੁਰਮੰਤਰ ਦੇ ਅਭਿਆਸ ਤੋਂ ਕਰੋੜਾਂ ਮੀਲ ਦੂਰ ਕਰ ਦਿੱਤਾ, ਇਸ ਨੇ ਬਹੁਤ ਵੱਡਾ ਦੁੱਖ ਬਣ ਕੇ ਸਾਨੂੰ ਟੱਕਰਨਾ, ਬਹੁਤ ਵੱਡਾ ਦੁੱਖ। ਜਿਸ ਖੁਸ਼ੀ ਨੇ ਇਬਾਦਤ ਭਗਤੀ ਬੰਦਗੀ ਸਿਮਰਨ ਸਾਧਨਾ ਇਕਾਗਰਤਾ ਸੁਨ ਸਮਾਧੀ ਭੁਲਾ ਦਿੱਤੇ, ਤੇ ਉਸ ਖੁਸ਼ੀ ਦੇ ਪਿੱਛੇ ਵੀ ਇਹੋ ਜਿਹੀ ਗਮੀ ਆਵੇਗੀ ਤੇ ਇਹ ਮੱਥੇ ਤੇ ਹੱਥ ਮਾਰ ਮਾਰ ਕੇ ਰੋਵੇਗਾ, ਵਿੱਚ ਨਾ ਕੋਈ ਕਰ ਸਕੇ ਕਿਸ ਤੈ ਰੋਵੇ ਰੋਜ਼। ਇਹ ਸਮਾਂ ਜ਼ਰੂਰ ਆਵੇਗਾ। ਤੇ ਗੁਰਮੁਖੋ, ਮੈਂ ਹੱਥ ਜੋੜਿਆ ਕਰਦਾ ਕਿ ਜੀਵ ਨੂੰ ਜੋ ਸਭ ਤੋਂ ਪਹਿਲਾ ਸਵਾਸ ਮਿਲਿਆ, ਸਭ ਤੋਂ ਪਹਿਲਾਂ ਜਿੱਥੇ ਇਹਦੀ ਜ਼ਿੰਦਗੀ ਆਰੰਭ ਹੋਈ, ਉਸ ਸਵਾਸ ਤੋਂ ਲੈ ਕੇ ਮੌਤ ਦੇ ਅਖੀਰਲੇ ਸਵਾਸ ਤੱਕ ਹਰ ਸਵਾਸ ਵੀ ਜੇ ਬੰਦਗੀ ਭਗਤੀ ਸਿਮਰਨ ਸਾਧਨਾ ਕਰਕੇ ਪ੍ਰਭੂ ਦਾ ਮਿਲਾਪ ਹੋ ਜਾਵੇ, ਇਹ ਸੌਦਾ ਬਹੁਤ ਸਸਤਾ ਹੈ। ਹਰ ਸਵਾਸ ਹਰ ਪਲ ਇਹ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵੀ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਅਸੀਂ ਸਵਾਸਾਂ ਨਾਲ ਕੰਮ ਨਹੀਂ ਕਰਦੇ, ਕੰਮ ਤਾਂ ਸਾਡੇ ਹੱਥ ਪੈਰ ਇਹ ਇੰਦਰੇ ਕਰਦੇ ਆ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਹੋਰ ਥੋੜ੍ਹੀ ਜਿਹੀ ਜੱਜਮੈਂਟ ਕਰੋ, ਥੋੜ੍ਹੀ ਜਿਹੀ ਹੋਸ਼ ਦੇ ਵਿੱਚ ਆ ਕੇ ਆਪਣੇ ਆਪ ਨੂੰ ਦੇਖੋ, ਜਿਸ ਨੇ ਪ੍ਰਭੂ ਪਰਮੇਸ਼ਰ ਦੇ ਨਾਮ ਤੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ, ਉਹ ਹਰ ਵਕਤ ਹੋਰ ਕਿਤੇ ਜੁੜਿਆ ਰਹਿੰਦਾ। ਸਭ ਕੁਝ ਦੇ ਕਰਨ ਦੇ ਬਾਵਜੂਦ ਵੀ ਉਹ ਜੁੜਿਆ ਰਹਿੰਦਾ।
ਤੁਸੀਂ ਗੂੜੀ ਨੀਂਦ ਦੇ ਵਿੱਚ ਵੀ ਸੁੱਤੇ ਆ ਤਾਂ ਵੀ ਉਹ ਜੁੜਿਆ ਹੈ ਕਿਤੇ, ਭਾਵੇਂ ਸੁਪਨਾ ਆ ਰਿਹਾ ਤਾਂ ਵੀ ਤੁਸੀਂ ਜੁੜੇ ਆ। ਇਹ ਤਾਂ ਇੱਕ ਬਹਾਨਾ ਹੈ ਵੀ ਕਾਰੋਬਾਰ ਦਸਾਂ ਨੋਹਾਂ ਦੀ ਕਿਰਤ ਕਰਦੇ, ਸਰੀਰਕ ਕਿਰਿਆ ਕਰਕੇ ਕਿਵੇਂ ਨਾਮ ਜਪੀਏ। ਪਰ ਸਾਨੂੰ ਤਾਂ ਬਾਰ-ਬਾਰ ਗੁਰੂਦੇਵ ਜੀ ਨੇ ਕਿਰਪਾ ਕੀਤੀ, ਤਿਸ ਕੋ ਸਿਮਰੋ ਸਾਸ ਕਰਾਰ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਸਤਿਗੁਰਾਂ ਦਾ ਬਚਨ ਹੈ ਵੀ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜ਼ਿਆਦਾਤਰ ਜਿਹੜੇ ਬੱਚੇ ਬੱਚੀਆਂ ਇੱਧਰਲੇ ਬੋਰਨ ਹੈ ਜਾਂ ਇਹਨਾਂ ਧਰਤੀਆਂ ਤੇ ਜਿਨ੍ਹਾਂ ਦਾ ਜਨਮ ਹੋਇਆ, ਹੋ ਸਕਦਾ ਉਹ ਤ੍ਰਿਪਤ ਦਾ ਮੀਨਿੰਗ ਦਾ ਅਰਥ ਨਾ ਸਮਝਣ। ਤੇ ਮੈਂ ਬੇਨਤੀ ਕਰਿਆ ਕਰਦਾ ਵੀ ਜਿਹੜੇ ਬੱਚੇ ਆਉਂਦੇ ਆ ਜਾਂ ਤੁਸੀਂ ਲੈ ਕਰਕੇ ਆਉਂਦੇ ਆ, ਮਾਤਾ ਪਿਤਾ ਨੂੰ ਚਾਹੀਦਾ ਕਿ ਘਰ ਜਾ ਕੇ ਇਹੋ ਜਿਹੇ ਸ਼ਬਦਾਂ ਦੇ ਅਰਥ ਉਹਨਾਂ ਨੂੰ ਸਮਝਾਏ, ਜਿਹਨਾਂ ਨੂੰ ਪਤਾ ਲੱਗੇ ਵੀ ਤ੍ਰਿਪਤੀ ਕੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਹੁਣ ਅਸੀਂ ਤਾਂ ਭੋਜਨ ਪਦਾਰਥਾਂ ਨੂੰ ਮੰਨਿਆ, ਹੁਣ ਸੱਚ ਦਾ ਭੋਜਨ ਕਿਹੜਾ ਹੈ? ਸੱਚ ਦਾ ਭੋਜਨ ਤੇ ਖੁਰਾਕ ਉਦੋਂ ਇਸ ਜੀਵ ਨੂੰ ਲੱਗੇਗੀ ਜਦੋਂ ਸਾਚੇ ਨਾਮ ਕੀ ਲੱਗਿਆ ਭੂਖ। ਭੁੱਖ ਕਿੱਥੇ ਲੱਗੇਗੀ? ਜਿੱਥੇ ਤੁਸੀਂ ਆ ਕੇ ਬੈਠੇ ਸਤ ਸੰਗਤ ਦੇ ਵਿੱਚ, ਜਿੱਥੇ ਪਤਾ ਲੱਗੇਗਾ ਉਸ ਖੁਰਾਕ ਦਾ, ਫਿਰ ਪਤਾ ਲੱਗੂ ਵੀ ਖੁਰਾਕ ਮਿਲਦੀ ਕਿੱਥੋਂ। ਤੇ ਮੇਰੇ ਜੀਵਨ ਦੇ ਵਿੱਚ ਮੈਂ ਇਸ ਗੱਲ ਦਾ ਤਜਰਬਾ ਕੀਤਾ ਵੀ ਜਦੋਂ ਨਾਮ ਸਿਮਰਨ ਭਗਤੀ ਬੰਦਗੀ ਦੀ ਗੱਲ ਕਰੀਏ, ਕੋਈ ਸਾਖੀ ਸੁਣਾਈਏ, ਤੇ ਜਿਹੜਾ ਸੁਣਦਾ ਤੇ ਉਹਦੇ ਮਨ 'ਚ ਅਛਾੜਾ ਵੱਜਦਾ, ਉਹ ਫਿਰ ਇਹ ਪੁੱਛਦਾ ਵੀ ਕਿਵੇਂ ਸਿਮਰਨ ਕਰੀਏ, ਕਿਵੇਂ ਜੁੜਿਆ ਜਾਵੇ ਪਰਮਾਤਮਾ ਪਰਮੇਸ਼ਰ ਦੇ ਨਾਮ ਤੇ। ਪਰ ਇਹ ਨਾਮ ਭਗਤੀ ਬੰਦਗੀ ਦੀ ਸਾਖੀ ਅਵਸਥਾ ਸੁਣਨ ਤੋਂ ਪਹਿਲਾਂ ਵੀ ਅੰਦਰ ਇਹ ਪਿਆਸ ਚਾਹੀਦੀ ਹੈ, ਪਹਿਲਾਂ ਵੀ ਭੁੱਖ ਚਾਹੀਦੀ ਹੈ। ਕਿਉਂਕਿ ਸਾਡੇ ਅੰਦਰ ਇਹ ਭਾਵਨਾ ਬਣ ਸਕਦੀ ਹੈ ਵੀ ਵਕਤਾ ਖੁਸ਼ ਹੋਵੇਗਾ ਵੀ ਅਸੀਂ ਧਿਆਨ ਨਾਲ ਕਥਾ ਸੁਣੀ ਆ, ਜਾਂ ਥੋੜ੍ਹੇ ਜਿਹੇ ਸਮੇਂ ਬਾਅਦ ਤੇ ਇਹ ਨਾਮ ਦਾ ਪ੍ਰਤਾਪ ਸੁਣਿਆ ਤੇ ਨਾਮ ਤੋਂ ਗੁਣੇ ਜਿਹੜੇ ਜੀਵ ਹੈ ਉਹਨਾਂ ਨੂੰ ਜੋ ਸਜ਼ਾਵਾਂ ਮਿਲਦੀਆਂ ਉਹ ਸੁਣੀਆਂ ਤੇ ਡਰ ਦੇ ਮਾਰੇ ਨਾਮ ਦੀ ਗੱਲ ਕਰਨ ਲੱਗ ਪਏ। ਧਿਆਨ ਦੇਣਾ, ਮੈਂ ਬੇਨਤੀ ਕਰਦਾ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਹਰ ਸਵਾਸ ਵੀ ਨਾਮ ਜਪ ਕੇ ਜੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ, ਕਿਉਂਕਿ ਜੀਵਨ ਮਿਲਿਆ ਹੀ ਮਿਲਾਪ ਵਾਸਤੇ ਹੈ, ਜੀਵਨ ਮਿਲਿਆ ਹੀ ਸਿਮਰਨ ਸਾਧਨਾ ਦੇ ਵਾਸਤੇ ਹੈ। ਅਸੀਂ ਜਿਸ ਨੂੰ ਜੀਵਨ ਸਮਝਿਆ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਗਾਹ 'ਚ ਜੀਵਨ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿਗਾਹ ਦੇ ਵਿੱਚ ਤਾਂ ਉਹ ਜੀਵਨ ਹੈ ਜਿਸ ਸਵਾਸ ਘੜੀ ਪਲ ਮਹੂਰਤ ਜਸਾ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਯਾਦ ਰੋਮ ਰੋਮ ਬਣ ਜਾਵੇ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਵੀ ਤ੍ਰਿਪਤ ਭਈ ਸੱਚ ਭੋਜਨ ਖਾਇਆ। ਬਿਲਕੁਲ ਇਸ ਦਾ ਅਰਥ ਬਣ ਗਿਆ ਵੀ ਨਾਮ ਦੀ ਖੁਰਾਕ ਤੋਂ ਬਗੈਰ ਇਹ ਜੀਵ ਰੱਜ ਸਕਦਾ ਹੀ ਨਹੀਂ, ਇਹ ਤ੍ਰਿਪਤ ਨਹੀਂ ਹੋ ਸਕਦਾ, ਲੱਖ ਯਤਨ ਕਰੇ। ਕਿਉਂਕਿ ਜੇ ਤ੍ਰਿਪਤੀ ਨਾਮ 'ਚ ਹੈ ਤੇ ਨਾਮ ਤੋਂ ਬਗੈਰ ਪਦਾਰਥਾਂ ਦੇ ਨਾਲ ਕਿਵੇਂ ਤ੍ਰਿਪਤੀ ਪ੍ਰਾਪਤ ਹੋ ਜਾਵੇਗੀ। ਸਮਝਾਉਣ ਵਾਸਤੇ ਸਾਨੂੰ ਆਪਣੇ ਆਪ ਨੂੰ ਵੀ ਪਤਾ ਵੀ ਕਿਸੇ ਕਾਰਨਾਂ ਕਰਕੇ 2-4 ਦਿਨ ਅਸੀਂ ਸੋਈਏ ਨਾ ਤੇ ਅਸੀਂ ਅਸ਼ਾਂਤ ਹੋ ਜਾਂਦੇ ਹਾਂ, ਅਸੀਂ ਅਤ੍ਰਿਪਤ ਹੋ ਜਾਂਦੇ ਹਾਂ, ਸਾਡੇ ਅੰਦਰ ਅਸ਼ਾਂਤੀ ਪੈਦਾ ਹੋ ਜਾਂਦੀ ਹੈ। ਜਦੋਂ ਸੌਣ ਨੂੰ ਖੁੱਲ੍ਹਾ ਟਾਈਮ ਮਿਲ ਜਾਵੇ, ਪਹਿਲਾਂ ਅਤ੍ਰਿਪਤੀ ਸੀ, ਅਸ਼ਾਂਤੀ ਸੀ, ਤੇ ਜਦੋਂ ਨੀਂਦ ਪੂਰੀ ਮਿਲ ਗਈ ਰੈਸਟ ਕਰਨ ਨੂੰ,
फिर शरीर फुल वर्गा हो गया। पता लग गया भी नींद की तृप्ति, पानी ना मिले जी तड़प पैदा हुई, अतृप्त होया, पानी 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 पानी। हुण शरीर दे विच पानी कहण की ताकत भी नहीं रही, भले नहीं रहा क्योंकि पानी नहीं मिलया। जदों पानी मिल गया तो तृप्त हो गया ना। हर एक चीज ना मिलने की अतृप्ति है, मिलने की तृप्ति है। संसार के पदार्थों तो जो असी तृप्त होंगे हाँ, जिन्ना क चिर पदार्थ है, जिन्ना क चिर शरीर है, उन्ना क चिर उपरों उपरों अपने आप को तृप्त समझ लूगा, पर तृप्त नहीं है। इन्हें मान लेना कि मैं तृप्त है पैसे नाल, धन दौलत के नाल, मान सन्मान के नाल, पर अंतर आत्मे आवाज़ आनी आ, ये जी तृप्ति है एक 4 दिन की है, ये सदैवी तृप्ति नहीं। जे सदैवी तृप्ति प्राप्त करनी है फिर तृप्त भई सच भोजन खाया, मन तन रसना, ये तिन्नां दे नाम ले। जे जप भी लईए नाम फिर भी अंदर तो नहीं जपदा। जप भी लईए नाम, असीं कहंदे नितनेम करते हैं, कथा करते हैं, सुनते हैं, रसना ही करती है, अंदर तो नहीं करता ध्यान देना। मन भी लईए सुनते असीं दिन रात, काने सुनते ना, अंदर तो नहीं सुनता, नहीं सुनता ना। जे प्रयास किया जाए, एक दू जी भौ लख होवे, लख होवे लख 20 लख लख गेड़ा आखी है एक नाम जगदीश महाराज। जे मनुख जन्म दिता, रसना तो वाहिगुरु वाहिगुरु करन दा उपराला उदम बख्शिश करती। आ जिहड़े 3.5 करोड़ रोम है, तू करन करन दे समर्थ है, हर रोम जीव नहीं बन सकती, हर रोम सिमरन नहीं कर सकते। करन कारण समर्थ है ना अकाल पुरख परमेश्वर वाहिगुरु जी। मैं बेनती करया करना गुरमुखो, जदों बच्चा अजे बोलन नहीं लगता, उदे अग्यों जदों मां लंघदी आ जां मां नूं देखदा, वो बोलदा नहीं, रोम रोम तो मां की ममता झलकदी है। रोम रोम बच्चे का हर एक्शन, उसकी हिल जुल दसदी है कि उसने मां नूं देख लिया, बोलता नहीं। फिर रोम रोम चो मां की ममता आ रही है। कच्चे घड़े च पानी पाओ ते ढक्कन रख दिओ, हर रोम चो पानी निकल रहा, हर रोम चो। घड़े का कोई हिस्सा नहीं जितों पानी ना निकले, सारा घड़ा भिजा होया। कभी सिमरन करते अपने आप को चेक किया? ये जड़ा बिष्टा अत रक्त परेटे जाम, ये जड़ा घड़ा है सिर तो लैके पैरों तक, जदों सिमरन या बाणी पढ़ते हैं वाकई रोम रोम चो आवाज आ रही है, रसना होनी। सच भोजन खाया तृप्त पई, सच भोजन खाया तृप्त पई, सच भोजन। सारे करो कृपा। मन तन रसना नाम त्याया, मन तन रसना नाम त्याया, मन तन वाहिगुरु, मन तन रसना नाम सच भोजन खाया
ਸਤਿਗੁਰੂ ਤ੍ਰਿਪਤ ਪਈ। ਇਹਨਾਂ ਅੱਖਾਂ ਦੇ ਨਾਲ ਸੰਸਾਰ ਦੇ ਸਾਰੇ ਅਜੂਬੇ, ਸੰਸਾਰ ਦੀ ਹਰ ਵਸਤੂ ਤੇ ਗ੍ਰਹਿ ਮੰਡਲ ਤੇ ਚੰਦਰਮਾ ਤੇ ਵੀ ਜਾ ਕੇ ਜਿੱਥੇ ਤੱਕ ਮਨੁੱਖ ਪਹੁੰਚ ਸਕਦਾ ਪਹੁੰਚ ਵੀ ਜਾਵੇ। ਸਭ ਕੁਝ ਦੇਖਿਆ ਬਿਲਕੁਲ ਵਿਅਰਥ, ਕੋਈ ਕਾਣੀ ਕੌਡੀ ਕੀਮਤ ਨਹੀਂ ਪਵੇਗੀ ਜੇ ਇਸ ਮਨੁੱਖ ਨੇ ਆਪਣੇ ਆਪ ਨੂੰ ਨਹੀਂ ਦੇਖਿਆ। ਧਿਆਨ ਦੇਣਾ, ਸੰਸਾਰ ਦੀ ਹਰ ਵਸਤੂ ਇਸ ਨੇ ਆਪਣੇ ਅੱਖਾਂ ਨਾਲ ਦੇਖੀ। ਅਗਰ ਅੰਤਰਮੁਖ ਵਿਰਤੀ ਕਰਕੇ ਆਪਣੇ ਆਪ ਨੂੰ ਨਾ ਦੇਖਿਆ, ਸਾਰਾ ਦੇਖਿਆ ਵਿਅਰਥ ਹੈ। ਕਿਉਂਕਿ ਮੌਤ ਦੇ ਸਮੇਂ ਸਭ ਕੁਝ ਡਿਲੀਟ ਹੋ ਜਾਣਾ, ਕੁਝ ਨਹੀਂ ਰਹਿਣਾ। ਦੁਨੀਆ ਦਾ ਸਭ ਕੁਝ ਰਾਗ ਨਾਦ, ਮਾਨ ਵਡਿਆਈ, ਸਿਫਤ ਸਲਾਹ ਇਹਨੇ ਕੰਨਾਂ ਦੇ ਨਾਲ ਸੁਣੀ ਦੁਨੀਆ ਦੀ, ਉਹਦਾ ਕੋਈ ਅਰਥ ਨਹੀਂ ਰਹਿ ਜਾਣਾ ਜੇ ਇਹਨੇ ਆਪਣੇ ਆਪ ਨੂੰ ਨਾ ਸੁਣਿਆ। ਕਿਉਂਕਿ ਜੋ ਸੁਣ ਸਮਾਦ ਅਨਹਤ ਤਹਿਨਾਦ ਹੈ ਨਾ, ਜੋ ਗੁਰਦੇਵ ਜੀ ਨੇ ਕਿਰਪਾ ਕੀਤੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਨੂੰ ਨਾ ਸੁਣਿਆ, ਦੁਨੀਆ ਦਾ ਸਭ ਕੁਝ ਸੁਣਿਆ ਵਿਅਰਥ ਹੈ। ਧਿਆਨ ਦੇਣਾ, ਤੇ ਸੰਸਾਰ ਨੂੰ ਤੇ ਆਪਣੇ ਆਪ ਨੂੰ ਇਹਨੇ ਜੋ ਕੁਝ ਵੀ ਜਾਣ ਲਿਆ ਵੀ ਮੈਂ ਆ ਹਾਂ, ਪਰ ਜੇ ਆਪਣੇ ਆਪ ਨੂੰ ਨਾ ਜਾਣਿਆ ਤੇ ਸਭ ਵਿਅਰਥ ਹੈ। ਪੂਰੀ ਦੀ ਪੂਰੀ ਜ਼ਿੰਦਗੀ ਵਿਅਰਥ ਚਲ ਗਈ। ਤੇ ਜੇ ਇਸ ਨੇ ਕਰਨਹਾਰ ਸ੍ਰਿਸ਼ਟੀ ਦੇ ਦਾਤੇ ਜਿਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਇਸ ਨੂੰ ਸੰਸਾਰ ਤੇ ਭੇਜਿਆ ਹੀ ਨਹੀਂ, ਨਾਲ ਹੀ ਕਾਰਨ ਦੱਸਿਆ ਵੀ ਕਾਹਦੇ ਵਾਸਤੇ ਤੈਨੂੰ ਸੰਸਾਰ ਤੇ ਭੇਜਿਆ। ਇਹ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੁਆਰਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਗੱਲ ਸਮਝ ਦੇ ਵਿੱਚ ਆ ਜਾਵੇ। ਪਹਿਲੀ ਜ਼ਿੰਦਗੀ ਤੇ ਜੁੜਨ ਤੋਂ ਬਾਅਦ ਜ਼ਿੰਦਗੀ, ਕਿਰਪਾ ਤੋਂ ਪਹਿਲਾਂ, ਤ੍ਰਿਪਤੀ ਤੋਂ ਪਹਿਲਾਂ ਤੇ ਤ੍ਰਿਪਤੀ ਤੋਂ ਬਾਅਦ। ਜਦੋਂ ਇਹ ਕਹਿੰਦਾ ਬਸ ਪਿੰਡ ਤੋਂ ਟਕੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਮੰਗਣਾ, ਤਾਂ ਸੱਚ ਇੱਕ ਜੇ ਸੁਭਾਅ ਆਇਆ ਨਾ ਮੰਗਣ ਦਾ। ਵੈਸੇ ਜਿਹੜੇ ਅਭਿਆਸੀ ਆ ਕਹਿੰਦੇ ਉਸ ਭਗਤੀ ਦਾ ਸਵਾਦ ਹੀ ਵੱਖਰਾ ਜਿਹਦੇ ਵਿੱਚ ਕੋਈ ਮੰਗ ਨਾ ਹੋਵੇ, ਇੱਥੇ ਤੱਕ ਕਿ ਰੱਬ ਦੀ ਮੰਗ ਵੀ ਨਾ ਹੋਵੇ। ਕਿਉਂਕਿ ਰੱਬ ਨੇ ਮੰਗਣ ਤੋਂ ਨਹੀਂ ਆਉਣਾ। ਜੋ ਨਿਸ਼ਕਾਮਤਾ ਬਣੀ ਹੈ ਇਹ ਵੀ ਰੱਬ ਦੀ ਕਿਰਪਾ ਨਾਲ ਬਣੀ। ਧਿਆਨ ਦੇਣਾ, ਉਸ ਨੇ ਕੋਈ ਸਪੈਸ਼ਲ ਨਹੀਂ ਸੁਣਨਾ ਤੈਨੂੰ, ਉਹ ਸੁਣ ਹੀ ਰਿਹਾ ਕਿਉਂਕਿ ਹਰ ਇੱਕ ਜਗ੍ਹਾ ਮੌਜੂਦ ਹੈ। ਕਹਿੰਦੇ ਉਸ ਭਗਤੀ ਦਾ ਆਨੰਦ ਹੀ ਇੰਨਾ ਜਿਹਦੇ ਵਿੱਚ ਬਾਕੀ ਮੰਗ ਛੱਡੋ, ਰੱਬ ਦੀ ਮੰਗ ਵੀ ਨਾ ਹੋਵੇ। ਉਹਨੂੰ ਪਤਾ ਕਿ ਰੱਬ ਦਾ ਦਸਤੂਰ ਹੈ ਜਿਹੜਾ ਨਿਸ਼ਕਾਮ ਭਗਤੀ ਕਰਦਾ ਤੇ ਸਭ ਤੋਂ ਵੱਧ ਖੁਸ਼ ਹੀ ਉਸ 'ਤੇ ਹੁੰਦਾ, ਕੁਛ ਨਹੀਂ ਚਾਹੀਦਾ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ, ਕੁਝ ਨਹੀਂ ਚਾਹੀਦਾ। ਹੁਣ ਐਸੇ ਸਤਿਗੁਰੂ ਜੀ ਮੈਂ ਹੈਰਾਨ ਹੁੰਨਾ। ਗੁਰੂ ਵੰਸਾਵਲੀ ਪੜ੍ਹ ਕੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ। ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਕੱਲ੍ਹ ਦੇ ਦੀਵਾਨਾਂ 'ਚ ਆਪਾਂ ਵਿਚਾਰ ਕਰਾਂਗੇ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੂੰ ਭਾਇਆ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਬਚਨ
जे लोड़ है चंगा अपना अपना भला। सानू अपना नहीं ज्ञान भी दूजिਆਂ ਨੂੰ सुखी कर रहे हैं, दूजिਆਂ की सेवा कर रहे हैं, दूजिਆਂ की हैल्प कर रहे हैं, दूसरिਆਂ की मदद कर रहे हैं। ਜਦੋਂ बहुत बारीकी ते नज़दीक चल जाओ ना ऐसे समाज सेवी दे ते अंदर एडा बड़ा हंकार छुपिया, मेरे वर्गा काम तो कोई भी नहीं करता। उपरलियां हंकार दियां परतां नूं छड्डो, जिस हंकार ने शिकारी बना के जिस जीव नूं जकड़िया ना, बहुत हद तक उन्होंने भी नहीं पता लगता, खुद नूं उन्होंने नहीं पता लगता। ये सतगुरां दा वचन है, हों विच मूर्ख हों विच सियाणा, कारण मोख मुक्त की सार ना जाना। क्योंकि जो सिमरन कर बैठ जाए, सिमरन ने तो खत्म कर देना सब कुछ, है ही खत्म है, तू है ही कुछ नहीं, तेरी होंदे नहीं कुछ भी। जब तेरी होंदे कुछ नहीं तो कौन पुन्नी है, कौन परोपकारी है, कौन दानी है, कौन सेवादार है, कौन सियाणा। जब तेरी होंदे कोई नहीं, कबीर मेरा मुझ में किछ नहीं, जो किछ है सो तेरा। मैनू ना महापुरुष हरकवाल पिछे जे ते मैं नमस्कार कर गया तो उन्होंने टाइम देता, मैनू कहते भी एक बेनती करिए, तो मैं डर जा गया। मैं कहा भी शायद जिधर नूं ख्याल जाता उधर मैं कथा लैके चल जाता, मैं अपनी रूह की खुराक भालदा भी मेरी संतुष्टि हो जाए, मेरा घर पूरा हो जाए। आप सवारे मैं मिलिया सुख हो गई। कहते तुसीं ना सिमरन अभ्यास समागमां च जाके कथा करया करो जिथे केवल सिमरन अभ्यास है। मैं क्या साधु वचन ते मैं क्या महापुरुषो भी मैनू इवें लगता भी जिहड़ा कदे भी नहीं जुड़िया, जे सत्संग च जुड़ गया बड़ा बड़ा पुण्य, भावें 1000 प्राणी बैठा एक भी जुड़ गया, मेरे वर्गे का घर पूरा हो गया। दुनिया की धन दौलत सब कुछ मिल जाए, इस नूं एक दिन मनना ही पैना, ये मिल के भी कुछ नहीं मिलया, जान देना। सब कुछ मिल जाए, इनू मनना पैना एक दिन, एक होर सैन करेगा तो बाकी कुछ नहीं मिलया। इस जन्म दे विच इस समय परमात्मा नाम ही मिलिया, बड़ा कुछ मिल गया। उसे तड़प नूं लैके अंत समा आ गया, जिहड़ा अगला जीवन है उत्तों शुरू होगा। परमात्मा नाम ही मिलिया, तड़प पैदा हो गई, पता लगा ये मिल सकता सी, अपने कारण नहीं मिल होया, नहीं जुड़ होया। उसकी बहुत बड़ी कीमत है, छोटी नहीं, बहुत बड़ी कीमत है। मैं जो बेनती कर रहा, साहिब श्री गुरु ग्रंथ साहब महाराज सतगुर सच्चे पातशाह के पावन पवित्र वचन हैं, धन धन सतपुरख सतगुरु हमारा। सतपुरख जिन जानिया सतगुर तिसका नाओ, किसी शरीर च असीं बंद नहीं कर सकते। धन धन सतपुरख सतगुरु हमारा, जित मिलिए हमको शांत आई। हुण जाता मनीए भी गुरु ग्रंथ साहब महाराज जी पूरा गुरु नहीं, जे पूरा हुंदा ते सानू शांति आ जानी थी। किन्ने साल हो गए सतगुरां दे चरनां च मत्था टेकदे आ, सतगुरां दी बाणी पढ़ते सुनते आ, जे अंदर देखिए ते शांति तो आई नहीं, किधर कसूर कढ़ीए। एक पासे तो होना ही पैना ना। ये गुरु ग्रंथ साहब महाराज जी वचन है, धन धन सतपुरख सतगुरु हमारा, जित मिलिए हम हर शांत आई।
धन धन सतपुरख सतगुरु हमारा, जित मिलिए हम हर भगत पाई। पहला पता लगा ना भी तृप्ति नहीं, शांति नहीं, फिर भगती की दात, सतसंगत की दात, अभ्यास की दात, अपने आप को देखण की दात, अंतरमुख बिरती करके अपने आप को देखना, अपने आप को। कहते करीब 2 साल अभ्यासी बिल्कुल एकांत च रहे ना, 2 साल, कहते फिर टका बनता बिल्कुल एकांत दे विच। मैं कई बारी हैरान हुन्ना वे अभ्यासी की अवस्था ते यात्रा शुरू भी नहीं होंदी, अजे शुरू होने तो भी काफ़ी फर्क है। वो जिन्ना कुछ मिल गया कहते बस ब्रह्म ज्ञानता आ गई, कहते मिल गया सब कुछ। जिथे अभ्यासी की आरंभता भी नहीं, अंतर सुनन बाहर सुनन तेरे भवन सुनम सुनन, चौथा सुनने जो नर जाने ताको पाप ना पुनम। वो तो अपने आप तो परे होवोगे फिर यात्रा है, पहला यात्रा ही नहीं। कौन है जिहड़ा कह रहा मेरी अवस्था बन गई, एक अवस्था हो गई, एक परमात्मा हो गया, एक खुद हो गया। उत्थे तो गल है जब हम एको एक कर जाने, जब हम एको एक कर जाने, दूजा रहा ही नहीं। सतगुरां दा वचन धन धन सतपुरख सतगुरु हमारा, जित मिलिए हमको शांत आई। सज्जे खब्बे नहीं, भी वो नहीं आया, कुछ भी नहीं आया, इतने 2 बंदे बैठे आ, इतने तो हमको शांत आई। फैक्ट्री कारखाने तक कदे नहीं पूछा भी फैक्ट्री च किन्ने बंदे तां मैं काम ते लगूंगा, नहीं मैं की करना। उत्थे तो सिर्फ लिफाफा देखते हैं ना, बंदा एक बना होवे तो खुश ना मैं कला ही होना, कले ने काम करना तो वधिया, ना कोई देखण वाला। पर जो इदां दी जगह ते आके देखते हैं भी किन्हां वास्ते आउंदे हैं, जां बहुता इकट्ठ बुलारे नूं खुश करना जां अपने आप को खुश करना भी मैं आया, देखो किन्ने आए आ। ते गुरु ग्रंथ साहब महाराज जी कृपा करते, धन धन सतपुरख सतगुरु हमारा, जित मिली है हमको शांत आई। नहीं शांति नहीं तृप्ति, धन धन सतपुरख सतगुरु हमारा, जित मिली है हम हर भक्त पाई। जे शांति नहीं मान लो कि भक्ति भी नहीं, शांति नहीं तृप्ति नहीं ते नाम सिमरन भी नहीं। किमा कर देना जे टका नहीं बनया तो मनना पैना जे सत्संगत नहीं हुई। शरीर आ गया पर मैं नहीं आया। मैं बेनती करदा वे परमेश्वर अकाल पुरख वाहिगुरु जी कहते वे जदों इहो जिहा समा बने ते मिले फिर सब कुछ छड्ड दे। शरीर का सूखम तो सूखम हिस्सा शरीर इंद्रे कोई हरकत ना करे, समय की परवाह ना करो। 2 साल 10 साल 20 साल जन्म भी लग जाए अपने आप को छो, कोई हरकत नहीं, कुछ नहीं। रब तो मिले ही नहीं। उदों मिलने तो बगैर तो नहीं अखा झमक हो रही, उदों बगैर नहीं तुम बैठे। शरीर चों भौर अडारी मार गया फिर भी वह मौजूद है, उसकी होंद है। संसार ने मन लिया भी हुणे मुर्दा, पर मुर्दे की जो हरकत हो रही है, मरन तो बाद बदबू जोबन वल गई, फिर सुकन लग पई, फिर हड्डियां रह गई, फिर हड्डियां ने दसता मैं तो 1000 साल की पई हाँ, मैं तो 15 साल का कंगाल है। ये पिंजर 2000 साल का पिया। वो जो 2000 साल का उन्हें दसिया तो किहड़ी शक्ति है जिहड़ी दस रही है? कौन है? ध्यान देना, क्यों करन वाला सब कुछ कर रहा, तुसीं देख सकते हैं।
जिन्ना चिर तुसीं करते बने आ उन्ना चिर तुसीं साक्षी नहीं बन सकते, जिन्नी मर्जी का करता करन वाला कर रहा। जदों बॉडी की हर हरकत नूं मान लो भी एक सामने बैठा एक शरीर इत्थे बैठा, तुसीं सूक्ष्म रूप च अपनी बॉडी की हर हरकत नूं देख रहे हैं कि मैं बॉडी नहीं। खैर धन धन हर ज्ञानी सतगुरु हमारा, जिसकी सेवा ते हम हर नाम लिव लाई। पहला शांति, फिर भगति, फिर लिव। ते धन धन हर भगत सतगुरु हमारा। बहुत बड़ी गल महाराज जी कहन लगे है। ते जिन्हें इहो जी अवस्था बना देते, जिन बैरी मित्र हमको सब समदृष्ट दिखाई। बिल्कुल छपाई कले कले शब्द नूं पढ़ो ते अपना जीवन देखो। जिन बैरी मित्र हमको समदृष्ट दिखाई, ये गुरु ग्रंथ साहिब महाराज जी बचन है। ते धन धन सतगुरु मित्र हमारा, जिन हर नाम स्यों हमारी प्रीत बनाई। अपने आप को कहा ना, सारी पौड़ी दे विच किस नूं आख्या? अपने आप को आख्या। जदों कीरतपुर साहब की पावन पवित्र धरती तारा चंद कहलूरीए तो ये सतगुरु छेवें पातशाह जी ने जगह लई। 1624 दे विच मोड़ी गड्डी ते 1626 नूं छेवें पातशाह बाबा गुरदित्ता साहब जी की ड्यूटी लगाउंदे आ वे नगर बसाउणा, जिन्हां दा प्रकाश दिहाड़े के संबंध दे विच जिथे पूरे विश्व दे विच मैनूं इवें प्रतीत हुंदा भी जदों रब मनुख जामा धार के इस धरती ते आया, सारी बनास्पति जेड़े जेड़े जीव जंतु जिन्हां नूं परमात्मा बारे ज्ञान होवेगा वाकई खुशी नाल झूम उठे होणगे। इत्थे जाए भगत सो थान सुहावना, सगले होए सुख हर नाम ध्यावना। सारे सुख जितों कथा की आरंभता हुई, जदों 1656 इन्हां दिनां दे अंदर कृष्ण कौर के जन्मां जन्मांतरां की भगती सिमरन साधना च निपुणता अकाल पुरख परमेश्वर वाहेगुरु जी ने आप कृपा की, आप बख्शिश की। मैं खिमा चाहांगा कि जदों मेरे माता पिता पिंड कमाया तिन करते खेल रचाया, बच्चा या बच्ची माता की गर्भ के विच शरीर बनना आरंभ हुंदा, कुछ दिन कुछ महीने लगते हैं आत्मा नूं प्रवेश होने वास्ते। उसे वक्त आत्मा नहीं प्रवेश होती, पर जो आप नारायण कलाधार जिहड़ा खुद मालिक है ते उसकी जदों मौज है उसने उस वक्त प्रवेश होना। जिहड़े कर्मां दे वजे जीव है उन्हां दा 84 दिन 90 दिन कुछ इस तरह पीरियड हो सकता, उन्होंने प्रवेश होना ही पैंदा, पहला नहीं। पर जो जम्मन मरण तो रहत अकाल पुरख परमेश्वर उसकी अपनी मौज है, क्योंकि उसने शरीर रूपी इस मकान नूं चंगी तरह बनाया। जदों उसका दिल करना उदों उन्हें विराजमान होना। हुण पूरे संसार दे विच जदों पता लगा कि बाबा गुरदित्ता साहब जी के साहिबजादे 7वें पातशाह धन गुरु हर राय साहब महाराज के ग्रह विखे आप नारायण कलाधार जग में परवरियो धन गुरु हर कृष्ण महाराज जी का आगमन होया। नाम अद्धा जननी तो लिया, क्योंकि माता भी धनता के योग है, पिता भी धनता के योग है, ते कुल खानदान जगह
ਤੇ ਜੋ ਰੱਬ ਨੇ ਚੁਣੀ ਜਗ੍ਹਾ, ਰੱਬ ਨੇ ਨਿਰਣਾ ਕੀਤਾ ਪਰਮੇਸ਼ਰ ਨੇ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਗੁਰੂ ਜਣਿਆ ਮਾਏ। ਜਦੋਂ ਦੁਨੀਆ ਦੇ ਕੋਨੇ ਕੋਨੇ ਤੇ ਪਤਾ ਲੱਗਾ ਇਹ ਪਰਮੇਸ਼ਰ ਅਕਾਲ ਪੁਰਖ ਜੋ ਗੁਰੂ ਨਾਨਕ ਦੀ ਜੋਤ 8ਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਮਹਾਰਾਜ ਦੀ ਗੁਰਤਾ ਗੱਦੀ ਤੇ ਸਭਾਏਮਾਨ ਹੋਣਾ, ਜਦੋਂ ਪਤਾ ਲੱਗਾ ਕਿ ਉਹਦੇ ਵਿੱਚ ਨਿੰਦਕ ਵੀ ਸਨ, ਪੰਡਤ ਵਿਦਵਾਨ ਵੀ ਸਨ। ਹੋ ਸਕਦਾ ਸਾਡੇ ਵਰਗੇ ਬ੍ਰਹਮ ਗਿਆਨੀ ਜਿਨ੍ਹਾਂ ਦੀ ਅਵਾਤਾ ਕਿ ਜਿਹੜੇ ਕਹਿੰਦੇ ਅੰਤਰਜਾਮੀ ਹਰ ਦਿਲ ਦੀ ਗੱਲ ਨੂੰ ਅਸੀਂ ਜਾਣਦੇ, ਐਸੇ ਵੀ ਸਨ। ਉਹਨਾਂ ਨੇ ਤਾਂ ਉਹੀ ਕੁਛ ਲੱਭਣਾ। ਕਹਿੰਦੇ 5 ਸਾਲ ਦੀ ਆਯੂ 2 ਮਹੀਨੇ 16 ਦਿਨ ਉੱਪਰਿਆ ਗੁਰਤਾ ਗੱਦੀ ਦਾ ਤਿਲਕ। ਕਰਨ ਕਾਰਨ ਜੋ ਸਮਰੱਥ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ, ਇਹ ਤਾਂ ਕੀਤਾ ਕਰਨਾ ਸਰਬ ਜਾਈ ਕਿਛ ਕੀਚੈ ਜੇ ਕਰ ਸਕੀਏ। ਮੇਰੇ ਹਰਿ ਜਿਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜਿਉ ਭਾਵੈ ਤਿਵੇਂ ਬਖਸ਼। ਹੁਣ ਜਿਹੜੇ ਪੰਡਤ ਖਾਸ ਕਰਕੇ ਬ੍ਰਾਹਮਣ ਲੋਕ ਕਹਿੰਦੇ ਕੋਈ ਗੱਲ ਨਹੀਂ, ਜਿੱਥੇ 4 ਚਫੇਰੇ ਖੁਸ਼ੀਆਂ ਦੇ ਬਾਜੇ ਵੱਜਦੇ ਆ ਨਾ, ਹੁਣ ਇਸ ਗੱਲ ਦੀ ਵੀ ਚਰਚਾ ਹੋਵੇਗੀ। ਕਹਿੰਦੇ ਕਿਹੜੀ ਚਰਚਾ? ਕਹਿੰਦੇ ਫਲਾਨੇ ਨਗਰ 'ਚ ਦਹਾਕਿਆਂ ਤੋਂ ਇੱਕ ਕੋੜੀ ਸਰੀਰ ਪਿਆ। ਇਹ ਕਹਿੰਦੇ ਨਾ ਇਹ ਪਿਤਾ ਤੋਂ ਹਰ ਲਿਆ ਤੇ ਮਾਤਾ ਤੋਂ ਕ੍ਰਿਸ਼ਨ ਲਿਆ, ਜਦੋਂ ਨਾਮ ਸਰੀਰਾਂ ਤੋਂ ਲਿਆ ਤੇ ਇਹ ਭਗਵਾਨ ਕਿਵੇਂ, ਇਹ ਪਰਮੇਸ਼ਰ ਕਿਵੇਂ? ਕਹਿੰਦੇ ਕੁਝ ਨਹੀਂ ਕਰਨ ਦੀ ਲੋੜ। ਜਦੋਂ ਪਤਾ ਲੱਗਾ ਨਾ ਇਹ ਜੈ ਜੈਕਾਰ ਕਰਨ ਵਾਲਿਆਂ ਨੂੰ ਆਪਣੇ ਆਪ ਕਹਿਣਗੇ ਵੀ ਇਹ ਜਿਹੜਾ ਬੱਚਾ ਇਸ ਉਮਰ ਦੇ ਵਿੱਚ ਸਮਰੱਥ ਗੁਰੂ ਦੀ ਪਦਵੀ ਨਹੀਂ ਸੰਭਾਲ ਸਕਦਾ। ਸਾਰੇ ਨਿੰਦਕ ਇੱਕ ਸੋਚ ਦੇ ਇਕੱਠੇ ਹੋ ਗਏ, ਇਕੱਠੇ ਹੋ ਕੇ ਤੇ ਪੂਰਾ ਪ੍ਰੋਗਰਾਮ ਬਣਾਇਆ। ਜਦੋਂ ਪਾਲਕੀ ਸਾਹਿਬ ਆਵੇਗੀ ਨਾ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ, ਜਦੋਂ ਅੱਗੇ ਪਿੱਛੇ ਸੰਗਤਾਂ ਦੇ ਮਖਾਰਬਿੰਦ ਤੋਂ ਆਕਾਸ਼ ਗੂੰਜੇਗਾ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਨਾਲ, ਬਾਣੀ ਦੇ ਨਾਲ। ਕਹਿੰਦੇ ਇਸ ਕੋੜੀ ਨੂੰ ਚੱਕ ਕੇ ਨਾ ਅਸੀਂ ਰਸਤੇ 'ਚ ਲਟਾ ਦੇਣਾ। ਕਹਿੰਦੀ ਮੱਖੀਆਂ ਭਿਣਕਦੀਆਂ, ਕਿੰਨੇ ਕਿੰਨੇ ਗੱਜ ਤੱਕ ਬਦਬੂ ਆਉਂਦੀ ਹੈ। ਕਹਿੰਦੇ ਆਪੇ ਵੀ ਰਸਤਾ ਛੱਡ ਕੇ ਚਲੇ ਜਾਣਾ, ਫਿਰ ਪਤਾ ਲੱਗ ਜਾਵੇਗਾ ਕਿ ਵਾਕਿਆ ਇਹ ਸਮਰੱਥ ਹੈ। ਇਹ 5 ਸਾਲ ਦਾ ਬੱਚਾ, ਇਹਦੇ ਵਿੱਚ ਕਿਤੇ ਸ਼ਕਤੀ ਤੇ ਸੱਤਿਆ ਹੋਵੇਗੀ ਤੇ ਉਸ ਕੋੜੀ ਦਾ ਕੋੜ ਦੂਰ ਕਰਕੇ ਤੇ ਉਸ ਨੂੰ ਆਰੋਗ ਕਰ ਦੇਵੇਗਾ। ਜਦੋਂ ਰਸਤੇ ਦੇ ਅੱਗੇ ਲਟਾ ਦਿੱਤਾ ਨਾ, ਜਿਹੜੇ ਅੱਗੇ ਚੱਲ ਰਹੇ ਸੇਵਾਦਾਰ ਨੱਠ ਕੇ ਪਿੱਛੇ ਆਏ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪਾਲਕੀ ਦੇ ਵਿੱਚ ਵਿਰਾਜਮਾਨ ਹੈ, ਹੱਥ ਜੋੜੇ ਮਹਾਰਾਜ। ਆ ਕੁਝ ਪੰਡਤ ਲੋਕ ਹਨ, ਭਾਰੀ ਇਕੱਠ ਹੈ। ਵੱਡੀ ਗੱਲ ਇਹ ਹੈ ਵੀ ਇੱਕ ਕੋੜੀ ਰੋਗ ਦਾ ਗਰਸਿਆ ਹੋਇਆ, ਉਦੋਂ ਲਾ ਇਲਾਜ ਕੋੜ ਦੀ ਬਿਮਾਰੀ ਨੂੰ ਮੰਨਿਆ ਜਾਂਦਾ ਸੀ। ਇਹ ਇੱਕ ਦੂਜੇ ਤੋਂ ਹੋ ਜਾਂਦੀ ਸੀ ਸੂਤ ਦੀ ਬਿਮਾਰੀ, ਤੇ ਘਰ ਦੇ ਵੀ ਪਰਹੇਜ਼ ਕਰਦੇ ਸੀ ਤੇ ਦੂਰੋਂ ਹੀ ਭਾਂਡਾ ਛੱਡਦੇ ਸੀ, ਤੇ ਮਤਲਬ ਇੰਨੀ ਘਿਰਨਾ ਕੀਤੀ ਜਾਂਦੀ ਸੀ ਕੋੜੀ ਸਰੀਰ ਤੋਂ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਰਸਤਾ ਛੱਡ ਕੇ ਨਹੀਂ ਜਾਣਾ, ਕੋੜੀ ਨੂੰ ਉਠਾਲ ਕੇ ਜਾਣਾ। ਮਹਾਰਾਜ ਉਹ ਤਾਂ ਪੀਕ ਬਹਿ ਰਹੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਰੀਰ ਦੇ ਉੱਤੇ ਮੱਖੀਆਂ ਭਿਣਕ ਰਹੀਆਂ, ਉਹਦਾ ਘਰ ਦੇ ਵੀ ਲਾਗੇ ਨਹੀਂ ਜਾਂਦੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਚਲੋ ਸਾਨੂੰ ਲੈ ਕਰਕੇ ਜਾਓ। ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਪੋਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਛੋਟਾ ਜਿਹਾ ਸਰੀਰ, ਇਵੇਂ ਜਿੱਦਾਂ ਕਰੋੜਾਂ ਸੂਰਜਾਂ ਪ੍ਰਕਾਸ਼ ਦਾ ਇੱਕ ਇਹੋ ਜਿਹਾ ਟੁਕੜਾ ਹੋਵੇ ਜਿਹਦਾ
ਤੇਜ ਝੱਲਿਆ ਨਾ ਜਾਵੇ। ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪਾਲਕੀ ਤੋਂ ਥੱਲੇ ਉਤਰੇ, ਚੌਰ ਵਰਦਾਰ ਚੌਰ ਕਰ ਰਹੇ ਹੈ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਹੱਥ 'ਚ ਜੋ ਰੁਮਾਲ ਸੀ ਨਾ, ਛੋਟੇ ਛੋਟੇ ਹਸਤ ਕਮਲਾਂ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਆਪਣੇ ਹੱਥੀਂ ਉਸ ਕੋੜੀ ਦੇ ਮੂੰਹ ਤੇ ਫੇਰਿਆ। ਜਿੱਦਾਂ ਜਿੱਦਾਂ ਰੁਮਾਲ ਫੇਰਿਆ ਤੇ ਉਹ ਸਕਿਨ, ਉਹ ਚਮੜੀ ਤੇ ਸੋਨੇ ਵਾਂਗੂ ਤੇ ਲਸ਼ਕਣ ਲੱਗ ਪਈ। ਉੱਥੋਂ ਕੋੜ ਦਾ ਜਿਹੜਾ ਰੋਗ ਸੀ, ਜੋ ਪੀਕ ਚੱਲ ਰਹੀ ਸੀ, ਉਹ ਬੰਦ ਹੋ ਗਈ। ਫਿਰ ਦੇਖੋ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਬਖਸ਼ਿਸ਼ ਕਿਰਪਾ ਕਿਵੇਂ ਵਡਿਆਈ ਦਿੰਦੇ ਕਿ ਨਾਲ ਸਿੱਖ ਹੈ ਉਹਨੂੰ ਕਹਿੰਦੇ ਲੈ ਭਾਈ ਆ ਰੁਮਾਲ ਭੇ ਕੇ ਨਾ ਇਸ ਵਰਖੁਰਦਾਰ ਦੇ ਸਾਰੇ ਸਰੀਰ ਤੇ ਫੇਰਦੇ। ਦੇਖਦਿਆਂ ਦੇਖਦਿਆਂ ਸਰੀਰ ਕੰਚਨ ਵਰਗਾ ਹੋ ਗਿਆ, ਬਿਲਕੁਲ ਅਰੋਗ ਹੋ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮੂਲ ਮੰਤਰ, ਗੁਰ ਮੰਤਰ, ਬਾਣੀ ਪੜ੍ਹਨੀ ਜਾਂ ਸੁਣਨੀ ਜਿੰਨਾ ਚਿਰ ਸਵਾਸ ਹੈ ਆਪਣੇ ਜੀਵਨ ਦਾ ਪ੍ਰੇਮੀਆਂ ਆਧਾਰ ਬਣਾ ਲਈ। ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਇਹ ਐਵੇਂ ਨਹੀਂ ਅਸੀਂ ਪੜ੍ਹਦੇ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਜਨਮ ਜਨਮਾਂਤਰਾਂ ਦੇ ਕੁਝ ਰੋਗ। ਇੱਕ ਛਿਨ ਮਾਤਰ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਐਡੀ ਕਿਰਪਾ, ਐਡੀ ਬਖਸ਼ਿਸ਼, ਜਿਹੜਾ ਗੁਰੂ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਇਹ ਪ੍ਰਭੂ ਪਰਮਾਤਮਾ ਪਰਮੇਸ਼ਰ ਹੀ ਗੁਰਮੁਖ ਪਿਆਰਿਓ ਕਿਰਪਾ ਕਰਦਾ। ਜਦੋਂ ਵੀ ਸਮਾਂ ਬਣੇ, ਜਦੋਂ ਵੀ, ਮੈਂ ਤਾਂ ਹੱਥ ਜੋੜਿਆ ਕਰਦਾ, ਜੇ ਅੱਧਾ ਘੰਟਾ ਨਿਤਨੇਮ ਕਰਨਾ ਹੁੰਦਾ ਨਾ, ਭਾਵੇਂ 1 ਘੰਟਾ ਲੱਗੇ ਪਹਿਲਾਂ ਤਿਆਰੀ ਵਾਸਤੇ, ਆਪਣੇ ਰੋਮ ਰੋਮ ਨੂੰ ਤਿਆਰ ਕਰੋ ਤੇ ਬਾਣੀ ਪੜ੍ਹਨੀ ਹੈ। ਸਤ ਸੰਗਤ ਜਿੰਨਾ ਚਿਰ ਬੈਠਣਾ, ਇਹਨੂੰ ਇੰਨਾ ਤਿਆਰ ਕਰਕੇ ਲੈ ਕਰਕੇ ਆਓ। ਜਿਸ ਤਰ੍ਹਾਂ ਕੋਈ ਨੌਕਰੀ ਕਰਨ ਵਾਲਾ ਸਪੈਸ਼ਲ ਇੰਟਰਵਿਊ ਦੇਣ ਵਾਸਤੇ ਜਾਵੇ ਨਾ, ਕਿੰਨੇ ਦਿਨ ਕਿੰਨੇ ਮਹੀਨੇ ਪਹਿਲਾਂ ਤਿਆਰੀ ਕਰਦਾ, ਪੂਰੀ ਪੜ੍ਹਾਈ ਕਰਦਾ। ਭਾਵੇਂ ਉਹ ਦੁਨਿਆਵੀ ਧਨ ਪਦਾਰਥ ਵਾਸਤੇ ਆ, ਰੋਮ ਰੋਮ ਕਰਕੇ ਉਹਦਾ ਖਾਣਾ ਪੀਣਾ ਸੌਣਾ ਜਾਗਣਾ ਸਭ ਕੁਝ ਅਪਸੈਟ ਹੋ ਜਾਂਦਾ। ਘਰ ਦੇ ਵੀ ਕਹਿੰਦੇ ਜਦੋਂ ਉਹਦਾ ਟਾਈਮ ਹੋਊਗਾ ਉਦੋਂ ਉਹਨੇ ਛਕ ਲੈਣਾ ਪ੍ਰਸ਼ਾਦਾ, ਇੱਥੇ ਰੱਖ ਦਿੰਦੇ। ਕਿਉਂ? ਕਿ ਉਹ ਤਿਆਰੀ ਕਰਦਾ। ਤੇ ਆਪਣੇ ਆਪ ਨੂੰ ਪੁੱਛੀਏ, ਕਦੀ ਨਿਤਨੇਮ ਦੀ ਤਿਆਰੀ, ਕਦੀ ਸਿਮਰਨ ਦੀ ਤਿਆਰੀ, ਕਦੀ ਸਤ ਸੰਗਤ ਦੀ ਤਿਆਰੀ, ਕਦੀ ਜੋੜਨ ਦੀ ਤਿਆਰੀ, ਕਦੇ ਇਕਾਗਰਤਾ ਦੀ ਤਿਆਰੀ, ਕਦੇ ਰਸ ਲੈਣ ਦੀ ਤਿਆਰੀ, ਕਦੇ ਟਿਕਣ ਦੀ ਤਿਆਰੀ। ਅੰਦਰੋਂ ਜਵਾਬ ਆਵੇਗਾ ਨਹੀਂ। ਇਸ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ 'ਚ ਬਿਨੇ ਅਰਦਾਸ ਕਰਿਆ ਕਰੋ। ਰੋਮ ਰੋਮ ਦਾ ਸਿਮਰਨ ਉਦੋਂ ਆਰੰਭ ਹੋਵੇਗਾ ਜਦੋਂ ਰੋਮ ਰੋਮ ਤੋਂ ਅਰਦਾਸ ਹੋਊਗੀ। ਧਿਆਨ ਦੇਣਾ, ਇਹ ਉਦੋਂ ਟਿਕੂਗਾ ਜਦੋਂ ਰੋਮ ਰੋਮ ਤੋਂ ਟਿਕਣ ਵਾਸਤੇ ਤਰਲੋ ਮੱਛੀ ਹੋਵੇਗੀ। ਜਿਸ ਤਰ੍ਹਾਂ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਕਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕਰਮ ਹੈ ਵਿਦਿਆ ਸਨਮੁਖ ਧਾਵੈ, ਭਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ। ਫਿਰ ਸਾਡੇ ਵਰਗੇ ਸਰੋਤੇ ਬਖਤੇ ਨੂੰ ਕਿਹਾ, ਤਿਉਂ ਸੰਤ ਜਨਾ ਹਰ ਪ੍ਰੀਤ ਹੈ। ਮਨੁੱਖ ਪ੍ਰਮਾਣ ਜਾਨਵਰਾਂ ਦੇ, ਕਿਹਨਾਂ ਦੇ ਜੀਵਨ ਦੀ ਆਧਾਰਨਾ ਜਾਨਵਰਾਂ ਦੀ, ਕਿਉਂਕਿ ਉਹਨਾਂ ਦੇ ਜਿਹੜੇ ਸੁਭਾਅ ਹੈ ਉਹ ਚੇਂਜ ਨਹੀਂ ਕਰਦੇ, ਉਹ ਬਦਲਦੇ ਨਹੀਂ। ਜੋ ਕੁਝ ਪ੍ਰਕਿਰਤੀ ਤੋਂ ਉਹਨਾਂ ਨੂੰ ਮਿਲਿਆ ਉਸੇ ਤਰ੍ਹਾਂ ਰਹਿ ਕੇ ਜੀਵਨ ਬਸਰ ਕਰਕੇ ਚਲੇ ਜਾਂਦੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਮਾਣ ਆਧਾਰਨਾ ਦੇ ਕੇ ਬੜੇ ਪਿਆਰ ਨਾਲ ਇਸ ਨੂੰ ਆਖਿਆ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੇ ਅਗਾਵੇ ਦੇ ਅਰਥ ਵੀ ਤ੍ਰਿਪਤੀ ਹੈ। ਬਿਲਕੁਲ ਸੰਤੋਖ, ਐਸਾ ਸੰਤੋਖ ਐਸੀ ਤ੍ਰਿਪਤੀ ਜਿਹਦੇ ਵਿੱਚ ਕਿਸੇ ਵੀ ਕੀਮਤ ਤੇ ਕਿਸੇ ਵੀ ਹਾਲਤ ਤੇ ਕੋਈ ਵਾਸ਼ਨਾ ਨਹੀਂ ਰਹਿੰਦੀ। ਜੋ ਮਰਜ਼ੀ
ਸਰੀਰ ਬੋਡੀ ਦੇ ਨਾਲ ਹੋ ਜਾਵੇ ਉਹ ਨਿਸ਼ਕਾਮੇ ਰਹਿੰਦਾ। ਸੋ ਅਕਾਲ ਪੁਰਖ ਪਰਮੇਸ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਬਖਸ਼ਿਸ਼ ਕਰਨ। ਹੋਈਆਂ ਗਲਤੀਆਂ ਦੀ ਖਿਮਾ ਵਿਸਤਾਰ ਦੇ ਨਾਲ ਕੱਲ੍ਹ ਦੁਪਹਿਰ ਦੇ ਦੀਵਾਨਾਂ 'ਚ ਆਪਾਂ ਹਾਜ਼ਰੀਆਂ ਭਰਾਂਗੇ। ਪ੍ਰਸਨਾਂ ਨੂੰ ਕਰੀਏ ਪਵਿੱਤਰ ਗੱਜ ਕੇ ਬੁਲਾਈਏ ਫਤਿਹ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆ। ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈਆ। ਸਭ ਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆ ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਨੀਠਾਂ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜੀਤੀਆਂ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸਾਬਤ ਤਿਤ ਘਰ ਸੁਭਾਗੈ। ਕਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂ ਤੁਧ ਵਸ ਕੀਤੇ ਕਾਲ ਪੰਡਕ ਮਾਰਿਆ। ਤੁਰ ਕਰਮ ਪਾਇਆ ਤੁਰ ਜਨ ਕੋ ਸੇ ਨਾਮ ਹਰ ਕੈ ਲਾਗੈ। ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਪਰੰਪਰਾ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ। ਸਗਲ ਜਗ ਤੋ ਚੰਗਿਆਈਆ ਬਰਿਆਈਆ। ਬਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।